वो कहिंदे विआह ते पैसे भी असीं लाए, शॉपिंग भी असीं करवाई, फीसां भी असीं भरीਆਂ, ਉੱਥੇ ਖਰਚਾ ਵੀ ਅਸੀਂ ਦਿੰਦੇ ਰਹੇ। ਜੇ ਕੁੜੀ ਦੇ ਪੇਰੈਂਟਸ ਇਹ ਕਹਿ ਕੇ ਕੁੜੀ ਨੂੰ ਵੇਚ ਰਹੇ ਨੇ ਕਿ ਸਾਡੀ ਕੁੜੀ ਦੇ 6.5 ਬੈਂਡ ਨੇ ਤੇ ਮੁੰਡੇ ਵਾਲੇ ਉਹਨੂੰ ਉਸ ਪੱਖ ਨੂੰ ਮੁੱਖ ਰੱਖ ਕੇ ਖਰੀਦ ਰਹੇ ਨੇ, ਤਾਂ ਇਹ ਇੱਕ ਸੌਦੇਬਾਜ਼ੀ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਗੱਲ। ਹੁਣ ਸੌਦਾ ਫਿਰ ਕਦੇ ਨਫਾ ਵੀ ਦਿੰਦਾ ਤੇ ਕਦੇ ਨੁਕਸਾਨ ਵੀ ਦਿੰਦਾ। ਜਦੋਂ ਮੇਰੇ ਕੋਲੇ ਪੇਰੈਂਟਸ ਆਉਂਦੇ ਨੇ ਮੁੰਡੇ ਦੇ ਤੇ ਉਹਨਾਂ ਦੇ ਹੱਥ ਦੇ ਵਿੱਚ 4 ਤੋਂ 5 ਪ੍ਰੋਫਾਈਲ ਹੁੰਦੇ ਨੇ ਕੁੜੀਆਂ ਦੇ ਅੱਡ-ਅੱਡ, ਤੇ ਉਹ ਮੇਰੇ ਟੇਬਲ ਤੇ ਲਿਆ ਕੇ ਰੱਖ ਦਿੰਦੇ ਨੇ, ਇਹਨਾਂ ਵਿੱਚੋਂ ਦੱਸੋ ਕਿਹੜੀ ਕੁੜੀ ਨਾਲ ਵਿਆਹ ਕਰੀਏ ਜਿਹੜੀ ਸਾਡੇ ਮੁੰਡੇ ਨੂੰ ਕੈਨੇਡਾ ਲੈ ਜਾਏ। ਅੱਗੇ ਲਾਈਫ ਪਾਰਟਨਰ ਚੋਣ ਕਰਨ ਤੋਂ ਪਹਿਲਾਂ ਲੋਕ ਨਾਨਕੇ ਪੁੱਛਦੇ ਸੀ, ਮਾਮਾ ਕੀ ਕਰਦਾ, ਚਾਚਾ ਤਾਏ ਕੀ ਕਰਦੇ ਆ, ਹੁਣ ਪੁੱਛਦੇ ਆ ਆਇਲਟਸ ਤੋਂ ਕਿੰਨੇ ਬੈਂਡ ਆ। ਇਹ ਇੱਕ ਈਜ਼ੀ ਤਰੀਕਾ ਗਾ, ਆਇਲਟਸ ਕਰਨ ਦੀ ਬਜਾਏ, ਪੜ੍ਹਾਈ ਕਰਨ ਦੀ ਬਜਾਏ ਇੱਕ ਕੁੜੀ ਲੱਭ ਲਓ ਜਿਹਨੂੰ ਆਧਾਰ ਬਣਾ ਕੇ ਕੈਨੇਡਾ ਪਹੁੰਚ ਜਾਓ। ਮੈਂ ਪੈਸੇ ਖਰਚੇ, ਮੈਨੂੰ ਕੈਨੇਡਾ ਨਹੀਂ ਬੁਲਾਇਆ, ਮੈਂ ਫੀਸਾਂ ਦਿੱਤੀਆਂ, ਮੈਂ ਖਰਚੇ ਦਿੱਤੇ, ਮੈਨੂੰ ਕੈਨੇਡਾ ਨਹੀਂ ਬੁਲਾਇਆ। ਜਦੋਂ ਅਸੀਂ ਨੀਂਹ ਕੱਚੀ ਰੱਖਾਂਗੇ ਨਾ ਤਾਂ ਫਿਰ ਉਹ ਰਿਸ਼ਤੇ ਵੀ ਕੱਚੇ ਹੀ ਅੱਗੇ ਜਾ ਕੇ ਸਾਜੂ ਸਾਬਤ ਹੋਣਗੇ। ਕੁੜੀ ਨੂੰ ਤੁਸੀਂ ਕੈਨੇਡਾ ਦਿਮਾਗ 'ਚ ਰੱਖ ਕੇ ਉਹਦੇ ਨਾਲ ਵਿਆਹ ਕਰਾ ਲਿਆ, ਜੇ ਉਹ ਕੁੜੀ ਦਾ ਕੱਲ੍ਹ ਨੂੰ ਕੇਸ ਰਿਜੈਕਟ ਹੋ ਗਿਆ, ਕੀ ਤੁਸੀਂ ਉਹਨੂੰ ਓਨੀ ਹੀ ਰਿਸਪੈਕਟ ਰਿਫਿਊਜ਼ਲ ਤੋਂ ਬਾਅਦ ਵੀ ਦੇ ਪਾਓਗੇ? ਮਹਾਰਾਜ ਨੂੰ ਅਸੀਂ ਸਿਰਫ ਫੋਟੋਆਂ ਖਿੱਚਣ ਦੇ ਲਈ ਵਰਤਦੇ ਹਾਂ ਜੀ, ਨਹੀਂ ਤਾਂ ਜੇ ਸਰਦਾ ਹੋਵੇ ਤਾਂ ਅਸੀਂ ਇਹਦੇ ਬਿਨਾਂ ਵੀ ਸਾਰ ਲਈਏ। ਜਦੋਂ ਵੀ ਤੁਸੀਂ ਵਿਆਹ ਵਾਲੇ ਬੰਧਨ 'ਚ ਵੱਜਣਾ ਨਾ ਤਾਂ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਨੂੰ ਦਿਮਾਗ ਦੇ ਵਿੱਚੋਂ ਕੱਢ ਕੇ ਵੱਜੋ। ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਤੁਸੀਂ ਜੁੜੇ ਹੋ ਦਾ ਸਮਰ ਨਿਊਜ਼ ਦੇ ਨਾਲ। ਦਾ ਸਮਰ ਨਿਊਜ਼ ਵਿੱਚ ਅਸੀਂ ਸਮੇਂ-ਸਮੇਂ ਤੇ ਜਿਹੜੇ ਕਰੰਟ ਟੌਪਿਕਸ ਹੁੰਦੇ ਨੇ ਜਾਂ ਅਪਡੇਟਸ ਹੁੰਦੇ ਨੇ, ਸਪੈਸੀਫਿਕਲੀ ਇਮੀਗ੍ਰੇਸ਼ਨ ਇੰਡਸਟਰੀ ਨੂੰ ਲੈ ਕੇ, ਇਮੀਗ੍ਰੇਸ਼ਨ ਸੈਕਟਰ ਨੂੰ ਲੈ ਕੇ ਤੁਹਾਨੂੰ ਅਸੀਂ ਇਹਦੇ ਨਾਲ ਰੂਬਰੂ ਕਰਾਉਂਦੇ ਰਹਿੰਦੇ ਹਾਂ। ਅੱਜ ਅਸੀਂ ਇਹਦੇ ਵਿੱਚ ਹੀ ਹੋਰ ਅੱਗੇ ਚੱਲਦੇ ਹੋਏ ਤੁਹਾਨੂੰ ਲੈ ਕੇ ਆਏ ਹਾਂ ਮੈਕਰੋ ਗਲੋਬਲ ਦੇ ਕੋਲ। ਮੈਕਰੋ ਗਲੋਬਲ ਇੱਕ ਵੱਡਾ ਨਾਮ ਹੈ ਜੋ ਕਿ ਪਿਛਲੇ 7 ਸਾਲਾਂ ਤੋਂ ਇਮੀਗ੍ਰੇਸ਼ਨ ਇੰਡਸਟਰੀ ਵਿੱਚ ਕੰਮ ਕਰ ਰਿਹਾ ਹੈ, ਚਾਹੇ ਉਹ ਐਜੂਕੇਸ਼ਨ ਸੈਕਟਰ ਹੋਵੇ ਜਾਂ ਹੋਰ ਤਰ੍ਹਾਂ ਦਾ ਕੋਈ ਵੀ ਪੀਆਰ ਸੈਕਟਰ ਹੋਵੇ। ਸੋ ਗੱਲਬਾਤ ਕਰਦੇ ਹਾਂ ਮੈਕਰੋ ਗਲੋਬਲ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਗੁਰਮਿਲਾਪ ਸਿੰਘ ਡੱਲਾ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਦੀ ਸਾਹਿਬ। ਸਮਰ ਨਿਊਜ਼ ਦੇਖਦੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਬਹੁਤ-ਬਹੁਤ ਸਵਾਗਤ, ਮੇਰੀ ਟੀਮ ਵੱਲੋਂ ਬਹੁਤ-ਬਹੁਤ ਸਵਾਗਤ। ਗੁਰਮਿਲਾਪ ਜੀ, ਅੱਜ ਕੱਲ੍ਹ ਦੇ ਆਪਾਂ ਜੇ ਕਰੰਟ ਸਿਨੈਰੀਓ ਤੇ ਗੱਲ ਕਰੀਏ, ਹੌਟ ਟੌਪਿਕਸ ਤੇ ਗੱਲ ਕਰੀਏ, ਤਾਂ ਆਪਾਂ ਜਦੋਂ ਮੋਬਾਈਲ ਨੂੰ ਆਪਾਂ ਬਫਰ ਕਰਦੇ ਹਾਂ, ਉੱਪਰ ਥੱਲੇ ਕਰਦੇ ਹਾਂ ਸਕਰੀਨ ਤੇ, ਤਾਂ ਕਿਤੇ ਨਾ ਕਿਤੇ ਇਹੋ ਜਿਹੀ ਵੀਡੀਓਜ਼ ਆ ਰਹੀਆਂ ਨੇ ਕਿ ਫਲਾਣੇ ਪਿੰਡ ਵਿੱਚ ਕੁੜੀ ਧੋਖਾ ਦੇ ਕੇ ਚਲੇਗੀ, ਸਟੂਡੈਂਟ ਵੀਜ਼ੇ ਤੇ ਕੁੜੀ ਬਾਹਰ ਗਈ, ਕੁੜੀ ਨੂੰ ਫਾਈਨੈਂਸ਼ੀਅਲੀ ਮੋਨਟਰੀ ਸਪੋਰਟ ਕੀਤਾ ਮੁੰਡੇ ਵਾਲਿਆਂ ਨੇ, ਸਹੁਰੇ ਪਰਿਵਾਰ ਨੇ, ਲੇਕਿਨ 2-4 ਮਹੀਨੇ ਬਾਅਦ ਜਾ ਕੇ ਕੁੜੀ ਨੇ ਆਪਣਾ ਕੋਈ ਰੰਗ ਦਿਖਾ ਦਿੱਤਾ, ਮੁੰਡੇ ਨਾਲ ਗੱਲਬਾਤ ਨਹੀਂ ਕੀਤੀ, ਮੁੰਡੇ ਨੂੰ ਬਲੌਕ ਕਰ ਦਿੱਤਾ। ਤੇ ਕਿਤੇ ਨਾ ਕਿਤੇ ਅਜਿਹੇ ਕੇਸ ਵੀ ਆਇਆ ਜਿੱਥੇ ਮੁੰਡਿਆਂ ਨੇ ਸ਼ਰਮ ਦੇ ਮਾਰੇ, ਨਮੋਸ਼ੀ ਦੇ ਮਾਰੇ ਆਤਮ ਹੱਤਿਆ ਤੱਕ ਕਰ ਲਈ, ਪਿੱਛੇ ਪਰਿਵਾਰਾਂ ਨੂੰ ਰੋਂਦਾ ਕਰਲਾਉਂਦਾ ਛੱਡ ਗਏ। ਅਜਿਹੇ ਕੇਸਾਂ ਬਾਰੇ ਤੁਸੀਂ ਕੀ ਕਹਿੰਦੇ ਹੋ? ਬੇਦੀ ਸਾਹਿਬ, ਸਭ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਵੈਸੇ ਤਾਂ ਆਲਮੋਸਟ ਜੋ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਆਪਦਾ ਓਪਨ ਵਰਕ ਪਰਮਿਟ, ਜ਼ਿਆਦਾਤਰ ਇਹ ਕੇਸ ਹਨ ਜਿਹੜੇ ਬੇਦੀ ਸਾਹਿਬ ਉਹਨਾਂ ਦੇ ਨੇ ਜਿਨ੍ਹਾਂ ਨੇ ਆਪਣੇ ਸਪਾਊਸ ਨੂੰ ਸਟੂਡੈਂਟ ਤੇ ਭੇਜਿਆ ਆਪ, ਮਗਰ ਓਪਨ ਵਰਕ ਪਰਮਿਟ ਦੀ ਇੱਕ ਕੈਟਾਗਰੀ ਕੈਨੇਡੀਅਨ ਗਵਰਨਮੈਂਟ ਨੇ ਅੱਜ ਤੋਂ 4-5 ਸਾਲ ਪਹਿਲਾਂ ਚਲਾਈ ਸੀ, ਜਿਹਦੇ ਥਰੂ ਜਿਹੜਾ ਤੁਹਾਡਾ ਇੰਡੀਆ ਰਹਿੰਦਾ ਲਾਈਫ ਪਾਰਟਨਰ ਆ ਉਹ ਮਗਰ ਫੁੱਲ ਟਾਈਮ ਵਰਕਰ ਜਾ ਸਕਦਾ ਕੈਨੇਡਾ। ਤੇ ਪੰਜਾਬ ਵਾਸੀਆਂ ਦਾ ਅਥਾਹ ਵਿਸ਼ਵਾਸ ਸਾਡੀ ਕੰਪਨੀ ਤੇ ਰਿਹਾ, ਤੇ ਮੈਂ ਕਹਿ ਸਕਦਾ ਕਿ ਬਹੁਤਾਤ ਦੇ ਵਿੱਚ ਇਹੋ ਜਿਹੇ ਕੇਸ ਆ ਜਿਹੜੇ ਮੇਰੇ ਥਰੂ ਪ੍ਰੋਸੈਸ ਹੁੰਦੇ ਆ ਓਪਨ ਵਰਕ ਪਰਮਿਟ ਦੇ। ਸੋ ਮੇਰਾ ਮੇਲ ਜੋਲ ਇਹੋ ਜਿਹੇ ਪਰਿਵਾਰਾਂ ਦੇ ਨਾਲ ਡੇਲੀ ਵਾਂਗੂ ਹੀ ਆ। ਬੇਦੀ ਸਾਹਿਬ, ਜੋ ਇਹ ਪਿਛਲੇ ਦਿਨਾਂ ਦੇ ਵਿੱਚ ਜੋ ਇਹ ਨਿਊਜ਼ ਚੱਲ ਰਹੀਆਂ ਨੇ ਨਾ, ਇਹਨਾਂ ਨੇ ਮੈਨੂੰ ਵੀ ਕਾਫੀ ਵੱਡੇ ਪੱਧਰ ਤੇ ਉਦਾਸ ਕੀਤਾ ਜਾਂ ਤੁਸੀਂ ਨਾਮੋਸ਼ ਕੀਤਾ ਕਹਿ ਸਕਦੇ ਹੋ, ਕਿਉਂਕਿ ਇੱਕ ਜੋ ਸੋਸ਼ਲ ਮੀਡੀਆ ਦੇ ਉੱਤੇ ਜੋ ਚੀਜ਼ ਫੈਲਦੀ ਆ ਉਹ ਸਿਰਫ ਕਿਸੇ ਇੱਕ ਇਨਸਾਨ ਬਾਰੇ ਹੁੰਦੀ ਆ, ਪਰ ਉਹਦੇ ਨਾਲ ਬਦਨਾਮ ਸਾਰੀ ਦੀ ਸਾਰੀ ਕਮਿਊਨਿਟੀ ਹੋ ਜਾਂਦੀ ਆ। ਸਟੂਡੈਂਟ ਵੀਜ਼ਾ ਤੇ ਗਏ ਹੋਏ ਸਾਡੇ ਜਿਹੜੇ ਸਟੂਡੈਂਟ ਬੱਚੇ ਸੀ, ਪਹਿਲਾਂ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਉੱਥੋਂ ਦੇ ਸਾਡੇ ਪੱਕੇ ਜਿਹੜੇ ਨਿਵਾਸੀ ਨੇ, ਪੰਜਾਬੀ ਜਿਹੜੇ ਨੇ, ਉਹ ਪਹਿਲਾਂ ਹੀ ਕਹਿੰਦੇ ਸੀ ਸਟੂਡੈਂਟ ਗਲਤ ਨੇ, ਸਟੂਡੈਂਟ ਆਹ ਮਾੜਾ ਕੰਮ ਕਰਦੇ ਨੇ, ਸਟੂਡੈਂਟ ਫਲਾਨਾ ਮਾੜਾ ਕੰਮ ਕਰਦੇ ਨੇ। ਤਾਂ ਇੱਕ ਚੀਜ਼ ਹੋਰ ਬੜੀ ਵੱਡੀ ਪੱਧਰ ਤੇ ਉਹਨਾਂ ਦੇ ਨਾਲ ਜੁੜ ਗਈ ਕਿ ਸਟੂਡੈਂਟ ਹੁਣ ਆਪਦੇ ਇੰਡੀਆ ਰਹਿੰਦੇ ਲਾਈਫ ਪਾਰਟਨਰ ਨੂੰ ਧੋਖਾ ਵੀ ਦੇਣ ਲੱਗ ਗਏ। ਬੇਦੀ ਸਾਹਿਬ, ਆਪਾਂ ਥੋੜ੍ਹਾ ਜਿਹਾ ਨਾ ਇਹਦੇ ਤੇ ਡੀਪ ਜਾ ਕੇ ਗੱਲ ਕਰਾਂਗੇ, ਕਿਉਂਕਿ ਗੱਲ ਕਰਨੀ ਇਸ ਲਈ ਜ਼ਰੂਰੀ ਆ ਕਿ ਆਪਾਂ ਕਿਸੇ ਨੂੰ ਜਸਟੀਫਾਈ ਨਹੀਂ ਕਰਨਾ। ਕੁੜੀ ਨੇ ਗਲਤ ਕੀਤਾ, ਮੁੰਡੇ ਨੇ ਗਲਤ ਕੀਤਾ, ਜਿਹਨੇ ਜਾ ਕੇ ਬਾਹਰ ਧੋਖਾ ਦਿੱਤਾ ਉਹਦੀ ਗਲਤੀ ਮਾਫੀਯੋਗ ਨਹੀਂ। ਜਿਹੜੇ ਮਾਂ ਦਾ ਪੁੱਤ ਚਲਿਆ ਗਿਆ ਉਹਦਾ ਘਾਟਾ ਕਿਸੇ ਵੀ ਤਰੀਕੇ ਨਾਲ ਪੂਰਾ ਨਹੀਂ ਹੋ ਸਕਦਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਕਿਵੇਂ ਸਕਦੇ ਹਾਂ? ਬੇਦੀ ਸਾਹਿਬ, ਮੈਂ ਕੱਲ ਬੈਠਾ ਸੋਚ ਰਿਹਾ ਸੀ ਕਿ ਜਦੋਂ ਇਹੋ ਜਿਹੇ ਰਿਸ਼ਤੇ ਜੁੜਦੇ ਹੋਣਗੇ
ਤਾਂ ਉਹ ਕਿਹੜੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਜੁੜਦੇ ਹੋਣਗੇ। ਕਿਉਂਕਿ ਬੇਦੀ ਸਾਹਿਬ ਤੁਸੀਂ ਅਕਸਰ ਹੀ ਸੁਣਿਆ ਕਿ ਜਦੋਂ ਆਪਾਂ ਉਹਨਾਂ ਦੇ ਮਾਪਿਓ ਦੀ ਇੰਟਰਵਿਊ ਸੁਣਦੇ ਆ ਤਾਂ ਉਹ ਕਹਿੰਦੇ ਆ ਵਿਆਹ ਤੇ ਪੈਸੇ ਵੀ ਅਸੀਂ ਲਾਏ, ਸ਼ਾਪਿੰਗ ਵੀ ਅਸੀਂ ਕਰਵਾਈ, ਫੀਸਾਂ ਵੀ ਅਸੀਂ ਭਰੀਆਂ, ਉੱਥੇ ਖਰਚਾ ਵੀ ਅਸੀਂ ਦਿੰਦੇ ਰਹੇ। ਹੁਣ ਜੇ ਆਪਾਂ ਇਹ ਵਿਆਹ ਤੋਂ ਸ਼ੁਰੂ ਕਰ ਲਈਏ ਗੱਲ ਕਿ ਜੇ ਕੁੜੀ ਦੇ ਪੇਰੈਂਟਸ ਇਹ ਕਹਿ ਕੇ ਕੁੜੀ ਨੂੰ ਵੇਚ ਰਹੇ ਨੇ ਕਿ ਸਾਡੀ ਕੁੜੀ ਦੇ 6.5 ਬੈਂਡ ਨੇ ਜਾਂ ਉਹਦੇ ਕੋਲੇ ਵੀਜ਼ਾ ਕੈਨੇਡਾ ਦਾ, ਤੇ ਮੁੰਡੇ ਵਾਲੇ ਉਹਨੂੰ ਉਸ ਪੱਖ ਨੂੰ ਮੁੱਖ ਰੱਖ ਕੇ ਖਰੀਦ ਰਹੇ ਨੇ, ਤਾਂ ਇਹ ਇੱਕ ਸੌਦੇਬਾਜ਼ੀ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਗੱਲ। ਹੁਣ ਸੌਦਾ ਫਿਰ ਕਦੇ ਨਫਾ ਵੀ ਦਿੰਦਾ ਤੇ ਕਦੇ ਨੁਕਸਾਨ ਵੀ ਦਿੰਦਾ। ਬੇਦੀ ਸਾਹਿਬ ਮੇਰਾ ਇਹ ਸੋਚ ਆ, ਮੇਰੀ ਇਹ ਸੋਚ ਚਲੋ ਛੋਟਾ ਮੂੰਹ ਵੱਡੀ ਗੱਲ ਹੋ ਜਾਣੀ ਆ, ਵੈਸੇ ਤਾਂ ਮੇਰੇ ਤੋਂ ਬੜੇ ਇੰਡਸਟਰੀ 'ਚ ਦਿੱਗਜ ਲੋਕ ਬੈਠੇ ਨੇ ਜਿਹੜੇ ਦੱਸ ਸਕਦੇ ਨੇ, ਪਰ ਮੈਂ ਜੋ ਆਪਦੇ ਮੁਤਾਬਕ ਸੁਨੇਹਾ ਅੱਜ ਦੇ ਨੌਜਵਾਨ ਪੀੜ੍ਹੀ ਨੂੰ ਦੇਣਾ ਚਾਹੁੰਦਾ, ਮੈਂ ਸਿਰਫ ਇਹ ਦੇਣਾ ਚਾਹੁੰਦਾ ਕਿ ਜਿਹੜਾ ਵਿਆਹ ਦਾ ਤੁਹਾਡਾ ਰਿਸ਼ਤਾ ਨਾ, ਇਹ ਇੱਕ ਬੜਾ ਪਵਿੱਤਰ ਰਿਸ਼ਤਾ। ਦੁਨੀਆ ਦੇ ਵਿੱਚ ਇੱਕੋ ਇੱਕ ਰਿਸ਼ਤਾ ਜਿਹੜਾ ਤੁਸੀਂ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਰਜਿਸਟ੍ਰੇਸ਼ਨ ਕਰਵਾ ਕੇ ਇੱਕ ਦੂਜੇ ਦੇ ਨਾਲ ਜੁੜਨਾ, ਸਾਰੀ ਜ਼ਿੰਦਗੀ ਇਕੱਠੇ ਰਹਿ ਕੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੋਣ ਦੀਆਂ ਕਸਮਾਂ ਖਾਣੀਆਂ ਨੇ। ਐਂਡ ਤੁਸੀਂ ਆਪਦੇ ਇਸ਼ਟ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ ਪਰ ਆਪਦੇ ਪਰਿਵਾਰ ਸਮੇਤ ਤੁਸੀਂ ਉੱਥੇ ਇੱਕ ਕਸਮ ਚੁੱਕਦੇ ਹੋ, ਪ੍ਰੋਮਿਸਿਸ ਕਰਦੇ ਹੋ, ਤੇ ਉਸ ਪ੍ਰੋਮਿਸਿਸ ਤੋਂ ਭੱਜਣ ਵਾਲਾ ਜਿਹੜਾ ਵੀ ਇਨਸਾਨ ਹੋਊਗਾ, ਚਾਹੇ ਉਹ ਕੁੜੀ ਹੋਵੇ ਚਾਹੇ ਉਹ ਮੁੰਡਾ ਹੋਵੇ, ਬਖਸ਼ਿਆ ਨਹੀਂ ਜਾਊਗਾ। ਡਿਪੋਰਟ ਹੋ ਜਾਣਾ, ਪੈਸਿਆਂ ਦਾ ਨੁਕਸਾਨ ਹੋ ਜਾਣਾ ਬਹੁਤ ਛੋਟੀ ਚੀਜ਼ ਆ, ਪਰ ਜਿਹੜੀ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਜਿਹੜੀ ਸਜ਼ਾ ਮਿਲਣੀ ਆ ਉਹ ਸ਼ਾਇਦ ਅਸੀਂ ਹਾਲੇ ਨਹੀਂ ਸਮਝ ਸਕਦੇ। ਉਹ ਲੇਖਾ ਜੋਖਾ ਜਦੋਂ ਦੇਣਾ ਪਊਗਾ ਉਹ ਬੜਾ ਭਾਰੀ ਹੋਊਗਾ। ਸੋ ਮੇਰੀ ਅੱਜ ਦੇ ਯੰਗਸਟਰ ਨੂੰ ਇਹੀ ਮੇਰਾ ਮੈਸੇਜ ਆ ਕਿ ਜਦੋਂ ਵੀ ਤੁਸੀਂ ਵਿਆਹ ਵਾਲੇ ਬੰਧਨ 'ਚ ਵੱਜਣਾ ਨਾ, ਤਾਂ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਨੂੰ ਦਿਮਾਗ ਦੇ ਵਿੱਚੋਂ ਕੱਢ ਕੇ ਵੱਜੋ। ਇੱਕ ਕਪਲ, ਇੱਕ ਮੁੰਡਾ ਇੱਕ ਕੁੜੀ, ਦੋ ਜਾਣੇ ਜੁੜ ਕੇ ਆਪਸ ਦੇ ਵਿੱਚ ਵਿਆਹ ਤੋਂ ਬਾਅਦ ਆਪਦੀ ਜ਼ਿੰਦਗੀ ਨੂੰ ਸੈੱਟ ਕਰਨ ਦੇ ਲਈ ਕੋਈ ਵੀ ਡਿਸੀਜਨ ਲੈ ਸਕਦੇ ਨੇ, ਪਰ ਤੁਹਾਡੇ ਰਿਸ਼ਤਾ ਜੁੜਨ ਦਾ ਬੇਸ ਕੈਨੇਡਾ, ਆਸਟ੍ਰੇਲੀਆ ਜਾਂ ਅਮਰੀਕਾ ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਨੀਂਹ ਕੱਚੀ ਰੱਖਾਂਗੇ ਨਾ, ਤਾਂ ਫਿਰ ਉਹ ਰਿਸ਼ਤੇ ਵੀ ਕੱਚੇ ਹੀ ਅੱਗੇ ਜਾ ਕੇ ਸਾਨੂੰ ਸਾਬਤ ਹੋਣਗੇ, ਐਂਡ ਉਹ ਸਾਬਤ ਵੀ ਹੋ ਰਹੇ ਨੇ। ਸੋ ਬੇਦੀ ਸਾਹਿਬ ਮੇਰਾ ਤਾਂ ਇਹੀ ਸੁਨੇਹਾ, ਇਹ ਚੀਜ਼ ਸਾਨੂੰ ਰੋਕਣੀ ਹੋਊਗੀ ਤੇ ਰੋਕ ਸਾਡੀ ਨੌਜਵਾਨ ਪੀੜ੍ਹੀ ਸਕਦੀ ਹੈ। ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਕਿ ਨੀਂਹ ਜਿਹੜੀ ਕੱਚੀ ਹੈ, ਜੇ ਨੀਂਹ ਵੀ ਕੱਚੀ ਹੋਊਗੀ ਤਾਂ ਬਿਲਡਿੰਗ ਪੱਕੀ ਉੱਪਰ ਆਧਾਰ ਨਹੀਂ ਬਣ ਸਕਦਾ। ਜੇ ਆਪਾਂ ਥੋੜੇ ਸਾਲ ਪਿੱਛੇ ਚਲੇ ਜਾਈਏ, ਬੈਕਲੌਗ ਚੱਲ ਜਾਈਏ, ਤਾਂ ਉਦੋਂ ਕੱਚੇ ਵਿਆਹਾਂ ਦਾ ਰਿਵਾਜ ਸੀ। ਕਹਿੰਦੇ ਸੀਗੇ ਜੀ ਕੱਚਾ ਵਿਆਹ ਕੀਤਾ ਹੈ, ਬਾਹਰ ਜਾ ਕੇ ਕੁਝ ਹੀ ਮਹੀਨਿਆਂ ਬਾਅਦ ਜਦੋਂ ਦੂਜਾ ਸਪਾਊਸ, ਕੁੜੀ ਨੇ ਮੁੰਡਾ ਜਾਂ ਮੁੰਡੇ ਨੇ ਕੁੜੀ, ਬਾਹਰ ਬੁਲਾੜੇ 20-25-30 ਲੱਖ ਲੈ ਕੇ ਫਿਰ ਡਿਵੋਰਸ ਕਰਤਾ। ਫਿਰ ਡਿਵੋਰਸ ਤੋਂ ਬਾਅਦ ਕੈਨੇਡੀਅਨ ਗਵਰਨਮੈਂਟ ਨੇ ਸਟੈਪ ਚੱਕਿਆ ਕਿ ਜਿਹੜਾ ਡਿਵੋਰਸ ਲਊਗਾ, ਮੰਗੂਗਾ, 5 ਸਾਲ ਵਾਸਤੇ ਦੁਬਾਰਾ ਵਿਆਹ ਨਹੀਂ ਕਰਾ ਸਕਦਾ, ਜਿਹੜਾ ਦਊਗਾ 3 ਸਾਲ ਵਾਸਤੇ ਉਹ ਨਹੀਂ ਕਰਾ ਸਕਦਾ। ਪਰ ਆਪਣੇ ਲੋਕਾਂ ਨੇ ਉਹਦਾ ਵੀ ਹੱਲ ਲੱਭ ਲਿਆ, ਬਿਲਕੁਲ ਵਿਆਹ ਪੱਕੇ ਕਰਨ ਲੱਗੇ। ਲੇਕਿਨ ਪੱਕੇ ਵਿਆਹ ਕਰਕੇ ਹਾਜ਼ਰ ਨਾਜ਼ਰ ਜਾਣ ਕੇ ਗ੍ਰੰਥ ਸਾਹਿਬ ਮਹਾਰਾਜ ਨੂੰ ਫਿਰ ਦੁਬਾਰਾ ਅਜੇ ਹੁਣ ਕੰਮ ਕਰਦੇ ਪਏ ਨੇ। ਇਹਦਾ ਨੁਕਸਾਨ ਤੁਸੀਂ ਦੱਸਤਾ, ਇਹਦਾ ਹੁਣ ਅੱਗੇ ਜਾ ਕੇ ਇਹਦਾ ਹੱਲ ਕੀ ਹੈ, ਇਹਨੂੰ ਆਪਾਂ ਕੋਪ ਅਪ ਕਿਵੇਂ ਕਰਾਂਗੇ, ਇਹਨੂੰ ਆਪਾਂ ਸਹੀ ਕਿਵੇਂ ਕਰ ਸਕਦੇ ਹਾਂ? ਬੇਦੀ ਸਾਹਿਬ ਤੁਸੀਂ ਯਕੀਨ ਮੰਨਿਓ ਕਿ ਕਈ ਵਾਰੀ ਬੜੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ, ਕਿ ਮੈਨੂੰ ਤਾਂ ਖਾਸ ਕਰਕੇ, ਕਿਉਂਕਿ ਜਦੋਂ ਮੇਰੇ ਕੋਲੇ ਪੇਰੈਂਟਸ ਆਉਂਦੇ ਨੇ ਮੁੰਡੇ ਦੇ, ਤੇ ਉਹਨਾਂ ਦੇ ਹੱਥ ਦੇ ਵਿੱਚ 4 ਤੋਂ 5 ਪ੍ਰੋਫਾਈਲ ਹੁੰਦੇ ਨੇ ਕੁੜੀਆਂ ਦੇ ਅੱਡ-ਅੱਡ, ਤੇ ਉਹ ਮੇਰੇ ਟੇਬਲ ਤੇ ਲਿਆ ਕੇ ਰੱਖ ਦਿੰਦੇ ਨੇ ਕਿ ਆਹ ਅਸੀਂ 5 ਕੁੜੀਆਂ ਮੁੰਡੇ ਲਈ ਦੇਖੀਆਂ ਆਉਂਦੇ ਨੇ, ਇਹਨਾਂ ਵਿੱਚੋਂ ਦੱਸੋ ਸਾਡੇ ਕਿਹੜੇ ਮੁੰਡੇ ਨਾਲ ਅਸੀਂ ਕੁੜੀ ਦਾ, ਇਸ ਆਪਦੇ ਮੁੰਡੇ ਦਾ ਕਿਹੜੀ ਕੁੜੀ ਨਾਲ ਵਿਆਹ ਕਰੀਏ ਜਿਹੜੀ ਸਾਡੇ ਮੁੰਡੇ ਨੂੰ ਕੈਨੇਡਾ ਲੈ ਜਾਏ। ਅੱਗੇ ਲਾਈਫ ਪਾਰਟਨਰ ਚੋਣ ਕਰਨ ਤੋਂ ਪਹਿਲਾਂ ਲੋਕ ਨਾਨਕੇ ਪੁੱਛਦੇ ਸੀ, ਮਾਮਾ ਕੀ ਕਰਦਾ, ਚਾਚਾ ਤਾਏ ਕੀ ਕਰਦੇ ਆ, ਕੰਮ ਮੁੰਡਾ ਕੀ ਕਰਦਾ, ਜ਼ਮੀਨ ਕਿੰਨੀ ਆਉਂਦੀ ਆ, ਕੁੜੀ ਕਿੰਨੀ ਪੜ੍ਹੀ ਆ, 100 ਗੱਲਾਂ ਪੁੱਛਦੇ ਸੀ। ਹੁਣ ਪੁੱਛਦੇ ਆ ਆਇਲਟਸ ਤੋਂ ਕਿੰਨੇ ਬੈਂਡ ਆ। ਅਸੀਂ ਗਲਤੀ ਕਿੱਥੇ ਕਰ ਰਹੇ ਹਾਂ? ਗਲਤੀ ਕਰ ਰਹੇ ਹਾਂ ਅਸੀਂ ਰਿਸ਼ਤਾ ਜੋੜਨ ਦੇ ਵਿੱਚ, ਗਲਤੀ ਕਰ ਰਹੇ ਹਾਂ ਅਸੀਂ ਰਿਸ਼ਤਾ ਜੋੜਨ ਸਮੇਂ ਰੱਖੀਆਂ ਗਈਆਂ ਸ਼ਰਤਾਂ ਦੇ ਵਿੱਚ, ਗਲਤੀ ਕਰ ਰਹੇ ਹਾਂ ਅਸੀਂ ਆਪਦੇ ਲਾਈਫ ਪਾਰਟਨਰ ਦੀ ਚੋਣ ਕਰਨ ਦੇ ਵਿੱਚ। ਵੀ ਚੋਣ ਅਸੀਂ 6.5 ਬੈਂਡ ਤੇ ਪ੍ਰੋਫਾਈਲ ਦੇਖ ਕੇ ਕਰ ਰਹੇ ਹਾਂ, ਵੀਜ਼ਾ ਪਾਸਪੋਰਟ ਤੇ ਲੱਗਿਆ ਦੇਖ ਕੇ ਕਰ ਰਹੇ ਹਾਂ। ਜਿੰਨਾ ਚਿਰ ਅਸੀਂ ਉਸ ਚੋਣ ਨੂੰ ਸਹੀ ਥਾਂ ਤੇ ਨਹੀਂ ਲੈ ਕੇ ਆਉਂਦੇ, ਸਹੀ ਤਰੀਕੇ ਨਾਲ ਨਹੀਂ ਚੋਣ ਕਰਦੇ ਉਸ ਚੀਜ਼ ਦੀ, ਜਿਹੜੀ ਕਿ ਚੋਣ ਜਿਵੇਂ ਹੋਣੀ ਚਾਹੀਦੀ ਉਹ ਉਵੇਂ ਹੋਵੇ। ਵਿਆਹ ਦੇ ਲਈ ਜਦੋਂ ਤੁਸੀਂ ਬੱਚਾ ਦੇਖਣਾ, ਤੁਸੀਂ ਇੱਕ ਆਪਦੇ ਬਗਾਨੇ ਬੱਚੇ ਨੂੰ ਆਪਦੇ ਘਰੇ ਆਪਦੀ ਧੀ ਬਣਾ ਕੇ ਲੈ ਕੇ ਆਉਣਾ। ਹੁਣ ਤੁਸੀਂ ਆਪਦੀ ਧੀ ਦੇ ਉੱਤੇ ਲੱਖਾਂ ਕਰੋੜਾਂ ਵੀ ਖਰਚ ਸਕਦੇ ਆ, ਪਰ ਜੇ ਧੀ ਨੇ ਉਹ ਲਾਵਾਂ ਦਾ ਮਾਣ ਹੀ ਨਹੀਂ ਰੱਖਣਾ, ਤੇ ਉੱਥੇ ਫਿਰ ਗਲਤੀ ਇਹ ਆ ਕਿ ਉਹਨੇ ਲਾਵਾਂ ਦਾ ਮਾਣ ਨਹੀਂ ਰੱਖਿਆ। ਉੱਥੇ ਗਲਤੀ ਇਹ ਨਹੀਂ ਕਿ ਉਹਨੇ ਪੈਸੇ ਖਰਾਬ ਕਰਾ ਦਿੱਤੇ। ਪੈਸਿਆਂ ਲਈ ਨਹੀਂ ਰੋਣਾ, ਤੁਸੀਂ ਲਾਵਾਂ ਲਈ ਰੋਣਾ ਸ਼ੁਰੂ ਕਰੋ। ਉਹਨੇ ਆਪਦੇ ਇਸ਼ਟ ਮੂਹਰੇ, ਉਹਨੇ ਗੁਰੂ ਗ੍ਰੰਥ ਸਾਹਿਬ ਮੂਹਰੇ, ਉਹਨੇ, ਜੇ ਤੁਸੀਂ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਹੋ, ਤੁਸੀਂ ਅਗਨੀ ਨੂੰ ਸਾਕਸ਼ੀ ਮੰਨਦੇ ਹੋ, ਤੁਸੀਂ ਉਹਦੇ ਮੂਹਰੇ, ਤੁਸੀਂ ਆਪਦੇ ਹਰ ਜਿਹੜਾ ਧਰਮ ਨੂੰ ਤੁਸੀਂ ਮੰਨਦੇ ਸੀ, ਤੁਸੀਂ ਉਸ ਇਸ਼ਟ ਨੂੰ ਝੂਠ ਬੋਲ ਕੇ ਗਏ ਹੋ। ਅੱਗੇ ਪਿੰਡਾਂ 'ਚ ਕੋਈ ਗਲਤ ਹੋ ਜਾਣਾ, ਕੁਛ ਮਾੜਾ ਹੋ ਜਾਣਾ, ਤਾਂ ਲੋਕਾਂ ਨੇ ਕਹਿਣਾ ਚਲੋ ਗੁਰਦੁਆਰੇ ਚੜਾ ਲਓ, ਲੋਕਾਂ ਨੇ ਡਰ ਕੇ ਸੱਚ ਬੋਲ ਦੇਣਾ। ਹੁਣ ਤਾਂ ਅਸੀਂ ਆਪ ਖੁਦ ਜਾਂਦੇ ਹਾਂ ਝੂਠ ਬੋਲਣ। ਮਹਾਰਾਜ ਨੂੰ ਅਸੀਂ ਸਿਰਫ ਫੋਟੋਆਂ ਖਿੱਚਣ ਦੇ ਲਈ ਵਰਤਦੇ ਹਾਂ ਜੀ,
ਵੀ ਅਸੀਂ ਹਿੰਦੂ ਐਕਟ ਦੇ ਹਿਸਾਬ ਨਾਲ ਅਸੀਂ ਮੈਰਿਜ ਨਹੀਂ ਰਜਿਸਟਰਡ ਕਰਾ ਸਕਦੇ ਜਿੰਨਾ ਚਿਰ ਲਾਮਾ ਫੇਰੇ ਨਹੀਂ ਹੁੰਦੇ। ਨਹੀਂ ਤਾਂ ਜੇ ਸਰਦਾ ਹੋਵੇ ਤਾਂ ਅਸੀਂ ਇਹਦੇ ਬਿਨਾਂ ਵੀ ਸਾਰ ਲਈਏ, ਮਤਲਬ ਕਿ ਅਸੀਂ ਇੰਨੇ ਨਿਗਾਰ ਦੇ ਵਿੱਚ ਆ ਚੁੱਕੇ ਹਾਂ। ਜਿੰਨਾ ਚਿਰ ਇਸ ਚੀਜ਼ 'ਚੋਂ ਅਸੀਂ ਨਹੀਂ ਉੱਭਰਦੇ ਉਹਨਾਂ ਚਿਰ ਸਾਨੂੰ ਧੋਖੇ ਮਿਲਦੇ। ਦੋਸਤੋ ਮੇਰੀ ਇਹ ਤੁਹਾਨੂੰ ਬੇਨਤੀ ਆ, ਜਿਹੜਾ ਰਿਸ਼ਤਾ ਜੁੜਨਾ ਉਹ ਕਿਸੇ ਵੀ ਚੀਜ਼ ਨੂੰ ਆਧਾਰ ਬਣਾ ਕੇ ਨਾ ਜੁੜੇ। ਪਿਆਰ, ਰਿਸਪੈਕਟ, ਆਦਰ, ਮਾਣ ਸਭ ਤੋਂ ਜ਼ਰੂਰੀ ਆ। ਜਦੋਂ ਉਹ ਚੀਜ਼ ਤੁਹਾਡੇ 'ਚ ਬਰਕਰਾਰ ਹੋਊਗੀ ਨਾ ਤਾਂ ਉਦੋਂ ਬੇਦੀ ਸਾਹਿਬ ਉਹ ਲੰਮੇ ਸਮੇਂ ਤੱਕ ਨਿਭੂਗਾ। ਉਸ ਤੋਂ ਬਾਅਦ ਤੁਸੀਂ ਇਕੱਠੇ ਹੋ ਕੇ ਅਮਰੀਕਾ ਜਾਂਦੇ ਹੋ, ਕੈਨੇਡਾ ਜਾਂਦੇ ਹੋ, ਆਸਟ੍ਰੇਲੀਆ ਜਾਂਦੇ ਹੋ, ਤੁਹਾਡੀ ਆਪਦੀ ਚੋਇਸ ਆ। ਪਰ ਤੁਸੀਂ ਹੋ ਕੀ ਰਿਹਾ ਬੇਦੀ ਸਾਹਿਬ, ਸੁਣਿਓ, ਕੁੜੀ +2 ਕਰਕੇ ਵੀਜ਼ਾ ਲਵਾ ਲੈਂਦੀ ਹੈ। ਵੀਜ਼ਾ ਰਾਈਟ ਆਫਟਰ ਵੀਜ਼ਾ ਕੁੜੀ ਨੂੰ ਵਿਆਹ ਦਿੱਤਾ ਜਾਂਦਾ, ਰਾਈਟ ਆਫਟਰ ਵਿਆਹ ਕੁੜੀ ਕੈਨੇਡਾ ਲਈ ਫਲਾਈ ਕਰ ਜਾਂਦੀ ਆ। ਬੇਦੀ ਸਾਹਿਬ ਮੈਂ ਕਹਿੰਦਾ ਹੁੰਦਾ ਕਿ 4 ਦਿਨ ਤਾਂ ਤੁਸੀਂ ਨਵੀਂ ਜੁੱਤੀ ਲੈ ਲਓ ਨਾ, ਉਹ ਵੀ ਪੈਰ 'ਚ ਪਾਈ ਦੱਸਦੀ ਰਹਿੰਦੀ ਹੈ ਮੈਂ ਨਵੀਂ ਆ। ਤੇ ਬੱਚਾ ਤਾਂ ਤੁਹਾਡੇ ਘਰੇ ਇੱਕ ਘਰ ਚੇਂਜ ਕਰਕੇ ਤੁਹਾਡੇ ਕੋਲੇ ਆਇਆ, 10 ਦਿਨ ਤੁਹਾਡੇ ਘਰੇ ਰਿਹਾ, ਨਾ ਤੁਹਾਡੇ ਮੁੰਡੇ ਨਾਲ ਪ੍ਰੇਮ 10 ਦਿਨਾਂ 'ਚ ਪੈ ਸਕਦਾ, ਨਾ ਮਾਂ ਪਿਓ ਨਾਲ ਪੈ ਸਕਦਾ, ਨਾ ਕੋਈ ਸੰਬੰਧ ਜੁੜ ਸਕਦਾ। ਹੁਣ 10 ਦਿਨਾਂ ਬਾਅਦ ਕੁੜੀ ਕੈਨੇਡਾ ਮੂਵ ਹੋ ਗਈ, ਤੁਸੀਂ ਮੈਨੂੰ ਇਹ ਦੱਸੋ ਵੀ ਉਹ ਰਿਸ਼ਤਾ ਸਿਰੇ ਚੜੂਗਾ ਕਿ ਨਹੀਂ? ਜਦੋਂ ਦੂਰੀਆਂ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਨਿਭਾਉਣ ਦੇ ਲਈ ਬੜੀ ਵੱਡੇ ਲੈਵਲ ਦੀ ਮੈਚਿਓਰਿਟੀ ਚਾਹੀਦੀ ਹੈ ਤੁਹਾਡੇ ਵਿੱਚ। 12ਵੀਂ ਵਾਲੇ ਬੱਚੇ ਦੇ ਵਿੱਚ ਓਡੀ ਮੈਚਿਓਰਿਟੀ ਨਹੀਂ ਹੁੰਦੀ। ਆਪਾਂ ਕਿਸੇ ਵੱਲੋਂ, ਮੈਂ ਫੇਰ ਦੁਬਾਰੇ ਬੇਨਤੀ ਕਰ ਦੇਣਾ ਚਾਹੁੰਦਾ, ਮੈਂ ਕਿਸੇ ਵੱਲੋਂ ਦਿੱਤੇ ਗਏ ਧੋਖੇ ਨੂੰ ਜਸਟੀਫਾਈ ਨਹੀਂ ਕਰਦਾ। ਭਾਵੇਂ ਮੁੰਡਾ ਕੁੜੀ ਨੂੰ ਛੱਡੇ, ਭਾਵੇਂ ਕੁੜੀ ਨੂੰ ਮੁੰਡੇ ਨੂੰ ਛੱਡੇ। ਮੈਂ ਇੱਕ ਚੀਜ਼ ਫੇਰ ਬੇਦੀ ਸਾਹਿਬ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦਾ। ਮੈਂ ਪੁੱਛਣਾ ਚਾਹੁੰਦਾ ਆਪਦੇ ਸਰੋਤਿਆਂ ਤੋਂ, ਜੇ ਕੋਈ ਕੁੜੀ ਜਾਂ ਕੋਈ ਮੁੰਡਾ ਤੁਹਾਨੂੰ ਕੈਨੇਡਾ ਬੁਲਾ ਕੇ ਛੱਡ ਦਿੰਦਾ, ਉਹ ਧੋਖਾ ਨਹੀਂ? ਉਹ ਵੀ ਤਾਂ ਧੋਖਾ। ਤੁਸੀਂ ਵਿਆਹ ਨੂੰ ਪਰ ਵਿਆਹ ਨੂੰ ਮੁੱਖ ਰੱਖਿਆ ਹੀ ਨਹੀਂ ਗਿਆ। ਜਦੋਂ ਵੀ ਗੱਲ ਹੋਈ ਆ, ਜਦੋਂ ਅਸੀਂ ਵੀਡੀਓਜ਼ ਚੈੱਕ ਕਰਦੇ ਆ, ਵੀਡੀਓ ਦੇ ਵਿੱਚ ਕੀ ਲਾਂਭੇ ਦਿੱਤੇ ਜਾਂਦੇ ਆ? ਮੈਂ ਪੈਸੇ ਖਰਚੇ, ਮੈਨੂੰ ਕੈਨੇਡਾ ਨਹੀਂ ਬੁਲਾਇਆ। ਮੈਂ ਫੀਸਾਂ ਦਿੱਤੀਆਂ, ਮੈਂ ਖਰਚੇ ਦਿੱਤੇ, ਮੈਨੂੰ ਕੈਨੇਡਾ ਨਹੀਂ ਬੁਲਾਇਆ। ਲਾਵਾਂ ਦੀ ਗੱਲ ਕਿਤੇ ਨਹੀਂ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਖੜ ਕੇ ਜਿਹੜੀਆਂ ਚੁੱਕੀਆਂ ਗਈਆਂ ਸੌਹਾਂ, ਉਹਨਾਂ ਦੀ ਗੱਲ ਕਿਤੇ ਨਹੀਂ ਕੀਤੀ ਗਈ। ਅਸੀਂ ਉਹਨੂੰ ਇੰਨਾ ਕੁ ਇਗਨੋਰ ਕਰਤਾ, ਉਹਦੀ ਚੀਜ਼ ਦਾ ਹੀ ਅੱਜ ਸਾਨੂੰ ਇਹ ਫਲ ਮਿਲ ਰਿਹਾ ਜੋ ਅਸੀਂ ਇਹੋ ਜਿਹੇ ਧੋਖੇ ਖਾ ਰਹੇ ਹਾਂ। ਹੁਣ ਜਿਹੜੇ ਇਸ ਵਕਤ ਡੱਲਾ ਸਾਹਿਬ ਕੰਪਲਿਕੇਸ਼ਨਸ ਆ ਰਹੇ ਆ, ਤੁਹਾਡੇ ਮਾਲਵਾ ਬੈਲਟ ਦੀ ਆਪਾਂ ਗੱਲ ਕਰੀਏ, ਪੰਜਾਬ ਦੀ ਮਾਲਵਾ ਬੈਲਟ, ਤੁਹਾਡੇ 1 ਦਰਜਨ ਦੇ ਕਰੀਬ ਦਫ਼ਤਰ ਬਣੇ ਹੋਏ ਨੇ, 11-12 ਤੁਹਾਡੇ ਆਫਿਸ ਬਣੇ ਹੋਏ ਨੇ, ਤੇ ਇਹ ਕੰਪਲਿਕੇਸ਼ਨ ਦੀ ਕਿੰਨੀ ਕੁ % ਹੈ? ਤੇ ਇਹ ਸਿਰਫ ਜਿਹੜੇ ਸਟੂਡੈਂਟ ਵੀਜ਼ੇ ਤੇ ਕੁੜੀਆਂ ਬਾਹਰ ਜਾ ਰਹੀਆਂ ਨੇ ਉਸੇ ਕੇਸ 'ਚ ਆ ਰਿਹਾ ਕਿ ਜੇ ਤੁਸੀਂ PR ਦੇ ਜਾਂ ਹੋਰ ਕੰਮ ਕਰਦੇ ਹੋ ਉਹਦੇ ਵਿੱਚ ਵੀ ਕੁਝ ਪ੍ਰੋਬਲਮ ਆ ਰਹੀ? ਸਭ ਤੋਂ ਵੱਧ ਆਬਾਦੀ ਮੋਗੇ ਜ਼ਿਲ੍ਹੇ ਦੀ ਆ ਕੈਨੇਡਾ ਦੇ ਵਿੱਚ, 1.25 ਲੱਖ ਬੰਦਾ। ਉਸ ਤੋਂ ਬਾਅਦ ਜਗਰਾਉਂ ਤਹਿਸੀਲ ਦੇ ਪਿੰਡ ਆ, ਉਸ ਤੋਂ ਬਾਅਦ ਲੁਧਿਆਣਾ ਜ਼ਿਲ੍ਹਾ। ਜਿਹੜੀ ਇਹ ਬਿਲਟ ਆ ਨਾ, ਸਭ ਤੋਂ ਵੱਧ ਕੈਨੇਡਾ ਦੇ ਵਿੱਚ ਬੈਠੀ ਆ। ਜੇ ਮੈਂ 90s ਦੀ ਗੱਲ ਕਰਾਂ ਬੇਦੀ ਸਾਹਿਬ, ਅੱਜ ਤਾਂ ਸੋਸ਼ਲ ਮੀਡੀਆ ਇੰਨਾ ਕੁ ਜ਼ਿਆਦਾ ਸਟਰੋਂਗ ਹੋ ਗਿਆ, ਹਰ ਬੰਦੇ ਦੇ ਹੱਥ ਦੇ ਵਿੱਚ ਨਿਊਜ਼ ਚੈਨਲ ਆ। ਤੁਸੀਂ ਇੱਕੋ ਦਮ ਕੋਈ ਖਬਰ ਪਾਓ ਤੇ ਰਾਈਟ ਅਵੇ ਅੱਗ ਵਾਂਗੂ ਫੈਲ ਜਾਂਦੀ ਆ। ਪਰ ਜੇ ਤੁਸੀਂ ਲੁਧਿਆਣਾ ਜ਼ਿਲ੍ਹਾ, ਜਗਰਾਉਂ ਤਹਿਸੀਲ, ਮੋਗੇ ਜ਼ਿਲ੍ਹੇ ਦੇ ਪਿੰਡ ਚੱਕ ਲਓ ਨਾ, ਤਾਂ ਹਰੇਕ ਪਿੰਡ 'ਚੋਂ ਤੁਹਾਨੂੰ 8 ਤੋਂ 10 ਐਗਜ਼ਾਮਪਲਸ ਮਿਲ ਜਾਣਗੀਆਂ 90s ਦੀਆਂ। ਹੁਣ ਤੱਕ ਪੱਕੇ ਮੁੰਡੇ ਕੁੜੀਆਂ ਆਉਂਦੇ ਸੀ, ਵਿਆਹ ਕਰਾ ਕੇ ਛੱਡ ਕੇ ਚਲੇ ਜਾਂਦੇ ਸੀ। 30-35 ਲੱਖ ਰੁਪਏ ਦਾ ਧੋਖੇ ਹੋਏ ਆ। ਕਿਸੇ ਨੇ ਬਾਤ ਨਹੀਂ ਪੁੱਛੀ ਉਹਨਾਂ ਮੁੰਡੇ ਕੁੜੀਆਂ ਦੀ। ਅੱਜ ਤੱਕ ਉਹ ਵਿਚਾਰੇ ਰੋਲ ਰਹੇ ਨੇ। ਕਿਸੇ ਨੇ ਫਿਰ ਕਿਵੇਂ ਕਰਕੇ ਕੈਨੇਡਾ ਪਹੁੰਚ ਗਿਆ, ਕਿਸੇ ਨੇ ਦੁਬਾਰੇ ਇੱਥੇ ਵਿਆਹ ਕਰਾ ਲਿਆ, ਕਿਸੇ ਨੇ ਕੋਈ ਕੰਮ ਸ਼ੁਰੂ ਕਰ ਲਿਆ। ਸੋ ਇਹ ਚੀਜ਼ਾਂ ਚੱਲਦੀਆਂ ਆਈਆਂ ਨੇ। ਪਰ ਇਹਨਾਂ ਦਾ ਜਿਹੜਾ ਹੁਣ ਇਸ ਵਕਤ ਇਹਨੇ ਖਤਰਨਾਕ ਰੂਪ ਕਿਉਂ ਧਾਰਨ ਕਰ ਲਿਆ? ਇਸ ਕਰਕੇ ਕਰ ਲਿਆ ਕਿਉਂਕਿ ਹੁਣ ਜਿਹੜੀ ਵੀਜ਼ਾ ਸਕਸੈਸ ਰੇਸ਼ੋ ਆ ਤੇ ਵੀਜ਼ਾ ਅਪਲਾਈ ਕਰਨ ਦੀ ਜਿਹੜੀ ਰੇਸ਼ੋ ਆ ਬਹੁਤ ਜ਼ਿਆਦਾ ਵੱਧ ਗਈ। ਹੁਣ ਬੱਚਿਆਂ ਨੂੰ +2 ਤੋਂ ਬਾਅਦ ਜਿਹੜੀ ਵੀਜ਼ਾ ਪ੍ਰੋਬੇਬਿਲਿਟੀਜ਼ ਬਹੁਤ ਜ਼ਿਆਦਾ ਹਾਈ ਹੋ ਗਈਆਂ। ਮੁੰਡਿਆਂ ਨੇ ਕੀ ਸੋਚਿਆ, ਜਿਹੜੇ ਮੁੰਡੇ ਆਪ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਕੈਪੇਬਲ ਨਹੀਂ ਆ IELTS ਕਰਨ ਦੇ ਜਾਂ ਪੜ੍ਹਾਈ ਦੇ, ਅਸੀਂ ਅਗਰ ਕੁੜੀ ਲੱਭਦੇ ਹਾਂ ਉਹਨੂੰ ਆਧਾਰ ਬਣਾ ਕੇ ਅਸੀਂ ਕੈਨੇਡਾ ਪਹੁੰਚ ਜਾਂਦੇ। ਕਿਉਂਕਿ ਕੈਨੇਡੀਅਨ ਗਵਰਨਮੈਂਟ ਨੇ ਸਪਾਊਜ਼ਲ ਓਪਨ ਵਰਕ ਪਰਮਿਟ ਚਲਾਇਆ ਹੋਇਆ। ਗਵਰਨਮੈਂਟ ਕਹਿੰਦੀ ਹੈ ਕਿ ਹਸਬੈਂਡ ਵਾਈਫ ਨੂੰ ਇਕੱਠੇ ਕਰੋ। ਉਹ ਕਹਿੰਦੀ ਆ ਵੀ ਜਿਹਦਾ ਸਪਾਊਸ ਕੈਨੇਡਾ ਪੱਕੇ ਪੜ੍ਹ ਰਿਹਾ ਆ ਜਾਂ ਕੈਨੇਡਾ ਆ ਕੇ ਕੋਈ ਕੰਮ ਕਰ ਰਿਹਾ, ਉਹ ਆਪਦੇ ਇੰਡੀਆ ਰਹਿੰਦੇ ਸਪਾਊਸ ਨੂੰ ਕੁਝ ਸ਼ਰਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੈਨੇਡਾ ਬੁਲਾ ਸਕਦਾ। ਸੋ ਉਹਨਾਂ ਨੇ, ਬੱਚਿਆਂ ਨੇ ਹੁਣ ਕੀ ਕੀਤਾ, ਉਹਨਾਂ ਨੂੰ ਇਹ ਲੱਗਿਆ ਵੀ ਇਹ ਇੱਕ ਈਜ਼ੀ ਤਰੀਕਾ ਗਾ। IELTS ਕਰਨ ਦੀ ਬਜਾਏ, ਪੜ੍ਹਾਈ ਕਰਨ ਦੀ ਬਜਾਏ ਇੱਕ ਕੁੜੀ ਲੱਭ ਲਓ ਜਿਹਨੂੰ ਆਧਾਰ ਬਣਾ ਕੇ ਕੈਨੇਡਾ ਪਹੁੰਚ ਜਾਓ। ਇਸ ਮੈਂ ਬੇਦੀ ਸਾਹਿਬ ਇੱਕ ਗੱਲ ਕਰਦਾ, ਹੁਣ ਜੇ ਤੁਸੀਂ, ਮੈਂ ਇੱਕ ਆਧਾਰ ਬਣਾ ਕੇ ਕਿਸੇ ਕੁੜੀ ਦਾ ਕਿਸੇ ਮੁੰਡੇ ਨਾਲ ਵਿਆਹ ਹੁੰਦਾ, ਉਹਨੇ ਹਜੇ ਕੇਸ ਨਹੀਂ ਲਾਇਆ, ਮੁੰਡਾ ਕਹਿੰਦਾ ਜੀ ਪ੍ਰੋਫਾਈਲ ਬਹੁਤ ਚੰਗਾ, ਜੋ ਅਕਸਰ ਹੀ ਅੱਜ ਕੱਲ੍ਹ ਕਰਦੇ ਨੇ। ਤੁਸੀਂ ਮੈਨੂੰ ਦੱਸੋ, ਇੱਕ ਚੰਗੇ ਪ੍ਰੋਫਾਈਲ ਵਾਲੇ ਹਰ ਬੱਚੇ ਦਾ ਕੈਨੇਡਾ ਦਾ ਵੀਜ਼ਾ ਆਉਂਦਾ? ਜੇ 100 ਕੇਸ ਲੱਗਦਾ, ਵਿੱਚੋਂ 30 ਰਿਫਿਊਜ਼ ਵੀ ਤਾਂ ਹੁੰਦੇ ਨੇ। ਹੁਣ ਮੈਨੂੰ ਦੱਸੋ ਵੀ ਜੇ ਉਹ ਕੁੜੀ ਨੂੰ ਤੁਸੀਂ ਕੈਨੇਡਾ ਦਿਮਾਗ 'ਚ ਰੱਖ ਕੇ ਉਹਦੇ ਨਾਲ ਵਿਆਹ ਕਰਾ ਲਿਆ, ਜੇ ਉਹ ਕੁੜੀ ਦਾ ਕੱਲ੍ਹ ਨੂੰ ਕੇਸ ਰਿਜੈਕਟ ਹੋ ਗਿਆ, ਕੀ ਤੁਸੀਂ ਉਹਨੂੰ ਓਨੀ ਹੀ ਰਿਸਪੈਕਟ, ਓਨਾ ਹੀ ਪਿਆਰ ਰਿਫਿਊਜ਼ਲ ਤੋਂ ਬਾਅਦ ਵੀ ਦੇ ਪਾਓਗੇ? ਮੁੜ ਕੇ ਉਹੀ ਟਾਂਚਾਂ, ਉਹੀ ਮਿਹਣੇ। ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ। ਇਹ ਰਿਸ਼ਤੇ ਇਕੱਲੇ ਕੈਨੇਡਾ ਜਾ ਕੇ ਨਹੀਂ ਖਰਾਬ ਹੋਣਗੇ, ਇੱਥੇ ਇੰਡੀਆ ਰਹਿ ਕੇ ਵੀ ਖਰਾਬ ਹੋਣਗੇ। ਜਿੰਨਾ ਚਿਰ ਦਿਮਾਗ ਦੇ ਵਿੱਚ ਰਿਸ਼ਤਾ ਜੋੜਨ ਤੋਂ ਪਹਿਲਾਂ ਕੋਈ ਲਾਲਚ ਆ, ਉਹ ਕੱਢਣਾ ਪਊਗਾ।
ਤੇ ਇਹਦੇ ਵਿੱਚ ਇਦਾਂ ਵੀ ਹੁੰਦਾ ਜਿਵੇਂ ਕਈ ਪ੍ਰੋਵਿੰਸ ਨੇ ਕੈਨੇਡਾ ਦੇ ਵਿੱਚ, ਕਈ ਵਾਰ ਕਹਿੰਦੇ ਨੇ ਜਿਹੜਾ ਬ੍ਰਿਟਿਸ਼ ਕੋਲੰਬੀਆ ਵਾਲਾ ਪਾਸਾ ਵੈਨਕੂਵਰ, ਐਬਟਸਫੋਰਡ, ਸਰੀ ਹੋ ਗਿਆ, ਉੱਥੇ ਥੋੜੀ ਯੂਨੀਵਰਸਿਟੀਆਂ 'ਚ ਐਡਮਿਸ਼ਨ ਔਖੀ ਹੈ, ਜਾਂ ਥੋੜਾ ਟੋਰਾਂਟੋ ਵਾਲਾ ਪਾਸਾ ਹੋ ਗਿਆ, ontario ਉੱਥੇ ਹੀ ਔਖੀ ਹੈ, ਤੁਸੀਂ ਕਿਤੇ ਹੋਰ ਚਲੇ ਜਾਓ, ਵਿਨੀਪੈਗ ਕਿੰਨੀ ਮੂਵ ਕਰ ਜਾਓ, ਸੌਖੀ ਹੋ ਜੂਗੀ। ਇਹ ਵੀ ਕਈ ਵਾਰ ਦਰਸ਼ਕਾਂ ਦੇ ਮਨ 'ਚ ਸਵਾਲ ਹੁੰਦਾ ਹੈ ਕਿ ਇਹ ਵੀ ਪ੍ਰੋਵਿੰਸਾਂ ਦਾ ਯੂਨੀਵਰਸਿਟੀ ਨੂੰ ਐਡਮਿਸ਼ਨ ਨੂੰ ਲੈ ਕੇ ਕੋਈ ਕ੍ਰਾਈਟੇਰੀਆ ਹੈਗਾ ਇਸ ਚੀਜ਼ ਨੂੰ? ਦੇਖੋ ਬਿਲਕੁਲ ਹਰ ਯੂਨੀਵਰਸਿਟੀ, ਹਰ ਕਾਲਜ ਦਾ ਇੱਕ ਆਪਦਾ ਕ੍ਰਾਈਟੇਰੀਆ, ਹਰੇਕ ਪ੍ਰੋਵਿੰਸ ਦਾ ਇੱਕ ਆਪਦਾ ਨੋਮਨੀ ਪ੍ਰੋਗਰਾਮ ਆ ਜਿਹਦੇ ਆਧਾਰ ਬਣਾ ਕੇ ਤੁਸੀਂ ਬਾਅਦ ਚੋਂ ਪੜ੍ਹਾਈ ਕਰਨ ਤੋਂ ਬਾਅਦ ਵਰਕ ਪਰਮਿਟ ਲੈ ਕੇ ਪੱਕੇ ਹੋਣਾ। ਪਰ ਜੇ ਮੈਂ ਯੂਨੀਵਰਸਿਟੀ ਕਾਲਜ ਦੀ ਗੱਲ ਕਰਾਂ ਨਾ, ਜਿੰਨੇ ਗਵਰਨਮੈਂਟ ਫੰਡਡ ਯੂਨੀਵਰਸਿਟੀਜ਼ ਕਾਲਜਸ ਨੇ ਜਾਂ ਜਿੰਨੀਆਂ ਗਵਰਨਮੈਂਟ ਦੀਆਂ ਯੂਨੀਵਰਸਿਟੀਜ਼ ਨੇ, ਉਹਨਾਂ ਨੇ ਆਪਦਾ ਇੱਕ ਕ੍ਰਾਈਟੇਰੀਆ ਰੱਖਿਆ, ਇੱਕ ਪਰਸੈਂਟੇਜ ਪੜ੍ਹਾਈ ਦੇ ਵਿੱਚ, ਉਸ ਤੋਂ ਬਾਅਦ ਤੁਹਾਡੀ ਲੈਂਗੁਏਜ ਪ੍ਰੋਫੀਸ਼ੀਐਂਸੀ ਦੇ ਵਿੱਚ ਤੁਹਾਡੇ ਆਇਲਸ ਦੇ ਬੈਂਡ ਸਕੋਰ ਉਹ ਤੁਹਾਨੂੰ ਕੰਪਲੀਟ ਕਰਨਾ ਪੈਂਦਾ, ਉਸ ਤੋਂ ਬਾਅਦ ਤੁਸੀਂ ਐਡਮਿਸ਼ਨ ਲੈ ਸਕਦੇ ਹੋ। ਬਟ ਬੇਦੀ ਸਾਹਿਬ ਉਹਦੇ ਪਿੱਛੇ ਕਾਰਨ ਕੀ ਬਣ ਜਾਂਦਾ? ਜੇ ਮੈਂ ਮੈਕਸਿਮਮ ਨੰਬਰਸ ਦੇਖਾਂ ਤਾਂ ontario ਦੇ GTA ਦੇ ਵਿੱਚ ਤੇ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਮੇਨ ਮੁੱਖ 3 ਸ਼ਹਿਰ ਨੇ ਜਿਹਦੇ ਵਿੱਚ ਵੈਨਕੂਵਰ, ਸਰੀ ਤੇ ਐਬਸਫੋਰਡ, ਇੱਥੇ ਸਾਡੇ 75% ਬੱਚੇ, ਜੇ 100 ਜਾਂਦੇ ਤਾਂ 75 ਬੱਚੇ ਇਹਨਾਂ ਦੋਵਾਂ ਸ਼ਹਿਰਾਂ 'ਚ ਵੰਡੇ, ਇਹ ਦੋਵਾਂ ਪ੍ਰੋਵਿੰਸਸ 'ਚ ਵੰਡੇ ਜਾਂਦੇ ਆ, ਬਾਕੀ ਦੂਜੇ ਸਾਰੇ ਇਸ ਜਗ੍ਹਾ ਤੇ ਜਾਂਦੇ ਆ, ਕਿਉਂਕਿ ਉੱਥੇ ਕਾਲਜਸ ਦੀ ਆਪਸ਼ਨ ਵੀ ਘੱਟ ਆ ਤੇ ਥੋੜੇ ਜਿਹੇ ਰਿਮੋਟ ਹੋਣ ਦੇ ਕਾਰਨ ਅਸੀਂ ਉਹਨਾਂ ਨੂੰ ਕਾਲਜਸ ਨੂੰ ਲੋਕ ਅਵੋਇਡ ਵੀ ਕਰਦੇ ਆ। ਪਰ ਹੁਣ ਅੱਜ ਦਾ ਜਿਹੜਾ ਸਿਨੈਰੀਓ ਚੱਲ ਰਿਹਾ, ਬੱਚੇ ਥੋੜੇ ਜਿਹੇ ਅੱਗੇ ਨਾਲੋਂ ਜਾਗਰੂਕ ਹੋਏ ਨੇ, ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਆ, ਸਾਨੂੰ ਜੇ ਕਿਤੇ ਰਿਮੋਟ ਕਿਤੇ ਅਲੱਗ ਨਵੇਂ ਪ੍ਰੋਵਿੰਸ ਦੇ ਵਿੱਚ, ਅੱਜ ਕੱਲ੍ਹ ਬੱਚੇ ਹੈਲੀਫੈਕਸ ਵੀ ਜਾਂਦੇ ਨੇ, ਅੱਗੇ ਕਿਤੇ ਸੁਣਿਆ ਨਹੀਂ ਸੀ, ਹੁਣ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਪੰਜਾਬੀ ਸਟੂਡੈਂਟ ਮਿਲ ਜਾਂਦਾ, ਜੋ ਇੱਕ ਚੰਗੀ ਚੀਜ਼ ਆ। ਕੈਨੇਡਾ ਦੇ ਵਿੱਚ ਤੁਹਾਨੂੰ ਚੰਗੇ ਰਾਹ ਮਿਲ ਜਾਣਗੇ ਜੇ ਤੁਸੀਂ ਥੋੜਾ ਜਿਹਾ ontario ਤੇ ਵੈਨਕੂਵਰ ਨੂੰ ਇਗਨੋਰ ਕਰਕੇ ਥੋੜਾ ਜਿਹਾ ਰਿਮੋਟ ਕਿਸੇ ਏਰੀਆ ਦੇ ਵਿੱਚ ਜਾ ਕੇ ਐਡਮਿਸ਼ਨ। ਸੋ ਦਰਸ਼ਕੋ, ਇਹ ਸਨ ਮੈਨੇਜਿੰਗ ਡਾਇਰੈਕਟਰ ਮੈਕਰੋ ਗਲੋਬਲ ਤੋਂ ਸਰਦਾਰ ਗੁਰਮਿਲਾਪ ਸਿੰਘ ਡੱਲਾ, ਜਿਨ੍ਹਾਂ ਨੇ ਕਰੰਟ ਸਿਨੈਰੀਓ ਦੇ ਨਾਲ ਜਿਹੜੇ ਸਟੂਡੈਂਟ ਵੀਜ਼ਾ ਤੇ ਬਾਹਰ ਜਾਣ ਦੇ ਚਾਹਵਾਨ ਮੁੰਡੇ ਕੁੜੀਆਂ ਨੇ ਉਹਨਾਂ ਵਾਸਤੇ ਕੁਝ ਪੁਆਇੰਟ ਕਲੀਅਰ ਕੀਤੇ ਹੈ। ਅਗਲੀ ਵਾਰ ਦੁਬਾਰਾ ਮੀਟਿੰਗ 'ਚ ਕੁਝ ਹੋਰ ਗੱਲਾਂ ਲੈ ਕੇ, ਕੁਝ ਹੋਰ ਨਵੇਂ ਸਵਾਲ ਜਵਾਬ ਤੁਹਾਡੇ ਮਨ ਦੇ ਲੈ ਕੇ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਵਾਲੀ ਨਵਪ੍ਰੀਤ ਸਿੰਘ ਬੇਦੀ ਨੂੰ ਦਿਓ ਇਜਾਜ਼ਤ, ਤੇ ਤੁਸੀਂ ਵੀ ਧਿਆਨ 'ਚ ਰੱਖੋ ਮੈਕਰੋ ਗਲੋਬਲ ਸਰਦਾਰ ਗੁਰਮਿਲਾਪ ਸਿੰਘ ਡੱਲਾ ਕਿਸੇ ਵੀ ਤਰ੍ਹਾਂ ਦਾ ਕੋਈ ਪਰਮਾਨੈਂਟ ਰੈਜ਼ੀਡੈਂਸੀ ਹੈ, PR ਫਾਈਲਿੰਗ ਹੈ ਜਾਂ ਸਟੂਡੈਂਟ ਵੀਜ਼ਾ ਕੇਸ ਨੇ, ਚਾਹੇ ਉਹ ਕੁੜੀ ਵੱਲੋਂ ਹੈ ਮੁੰਡੇ ਵੱਲੋਂ ਹੈ, ਤਾਂ ਪ੍ਰੋਪਰ ਜਾਣਕਾਰੀ ਵਾਸਤੇ, ਕਿਉਂਕਿ ਬੇਬਾਕੀ ਨਾਲ ਬੋਲਦੇ ਆ, ਸਾਫ਼ ਗੱਲ ਮੂੰਹ ਤੇ ਕਰਦੇ ਆ, ਤੇ ਤੁਸੀਂ ਵੀ ਚੈੱਕ ਕਰੋ ਕਿ ਜਿੰਨਾ ਕੁ ਬੋਲਦੇ ਆ ਕਿ ਇਹ ਇੰਨੇ ਜੋਗੇ ਹੈ ਵੀ ਕਿ ਨਹੀਂ। ਸੋ ਇੱਕ ਵਾਰ ਮੌਕਾ ਜ਼ਰੂਰ ਦਿਓ। ਹੁਣ ਸਾਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ ਦਾ ਸਮਰ ਨਿਊਜ਼ ਦੇ ਨਾਲ।